ਸਤਿ ਸ੍ਰੀ ਅਕਾਲ ਪੰਜਾਬੀਓ ਤੇ ਰਾਮ ਰਾਮ ਹਿੰਦੂ ਭਰਾਵੋ ਤੇ ਆਦਾਬ ਮੁਸਲਮਾਨ ਭਰਾਵੋ। ਅੱਜ ਮੇਰਾ ਪਹਿਲਾ ਦਿਨ ਆ ਕਿ ਮੈਂ ਕੋਈ ਵੀਡੀਓ ਬਣਾ ਕੇ YouTube ਤੇ ਪਾਉਣ ਲੱਗਾ। ਮੇਰਾ ਵੀਡੀਓ ਬਣਾ ਕੇ YouTube ਤੇ ਪਾਉਣ ਦਾ ਸਿਰਫ ਇੱਕ ਹੀ ਕਾਰਨ ਆ ਕਿ ਆ ਜੋ ਕੁਛ ਪਿਛਲੇ ਦਿਨਾਂ ਤੋਂ ਹੋਣ ਡਿਆ ਪੰਜਾਬ ਦੇ ਅੰਦਰ, ਹਰਿਆਣੇ ਵਿੱਚ ਜਾਂ ਇੰਡੀਆ ਵਿੱਚ ਸਾਡੇ, ਕਿ ਸਰਕਾਰ ਆਪਣੀਆਂ ਚਾਲਾਂ ਖੇਡਣ ਦੀ ਹੈ ਅਤੇ ਇਹੀ ਸਰਕਾਰ ਦੀਆਂ ਚਾਲਾਂ 'ਚ ਫਸੀ ਜਾਂਦੇ ਆ ਅਤੇ ਸਾਨੂੰ ਕੁਛ ਪਤਾ ਹੀ ਨਹੀਂ ਲੱਗਣ ਦਿਆ ਕਿ ਸਰਕਾਰ ਸਾਡਾ ਬੇਵਕੂਫ ਬਣਾਉਣ ਦੀ ਆ। ਠੀਕ ਆ, ਮੈਂ ਆਪਣੇ ਹਿੰਦੂ ਅਤੇ ਮੁਸਲਮਾਨ ਭਰਾਵਾਂ ਨੂੰ ਕਹਿੰਦਾ ਸੌਰੀ, ਮੈਂ ਪੰਜਾਬੀ ਬੋਲਦਾ ਕਿਉਂਕਿ ਮੇਰੀ ਹਿੰਦੀ ਜਿਹੜੀ ਆ ਮਾੜੀ ਤਾਂ ਨਹੀਂ ਹੈਗੀ, ਪਰ ਮੈਂ ਪੰਜਾਬੀ 'ਚ ਮੈਨੂੰ ਲੱਗਦਾ ਮੈਂ ਦਿਲ ਦੀ ਗੱਲ ਕਰ ਸਕਦਾ। ਮੇਰਾ ਗੱਲ ਕਰਨ ਦਾ ਤੁਹਾਡੇ ਨਾਲ ਮਕਸਦ ਸੀਗਾ ਕਿ ਦੀਪ ਸਿੱਧੂ ਹੀਰੋ ਆ ਜ਼ੀਰੋ। ਦੀਪ ਸਿੱਧੂ ਦਾ ਜੇ ਤੁਸੀਂ ਪਿਛੋਕੜ ਚੈੱਕ ਕਰੋ ਤਾਂ ਸੋਚੋ ਕਿ ਦੀਪ ਸਿੱਧੂ ਜਿਹੜਾ ਇਹਨੇ ਪੰਜਾਬ ਵਾਸਤੇ ਕੀ ਕੀਤਾ, ਕੁਛ ਵੀ ਨਹੀਂ ਕੀਤਾ। ਅੱਜ ਪੰਜਾਬ ਦੇ ਵਾਸਤੇ ਜਦੋਂ ਧਰਨਾ ਆ ਗਿਆ ਨਾ, ਇਹ ਸਾਰੇ YouTube ਵਾਲੇ ਜਿੰਨੇ ਵੀ ਆ, ਦੀਪ ਸਿੱਧੂ ਕਹਿ ਲਓ, ਲੱਖਾ ਸਿਧਾਣਾ ਕਹਿ ਲਓ, ਚੀਚੀ ਨੂੰ ਟੱਕ ਲਾ ਕੇ ਨਾ, ਚੀਚੀ ਨੂੰ ਟੱਕ ਲਾ ਕੇ ਸ਼ਹੀਦ ਹੋਣ ਨੂੰ ਫਿਰਦੇ ਆ। ਹੁਣ ਤੁਸੀਂ ਸੋਚੋ ਕਿੱਦਾਂ। ਲੱਖੇ ਸਿਧਾਣੇ ਨੂੰ ਮੈਂ ਫਿਰ ਵੀ ਮੰਨਦਾ ਪੰਜਾਬ 'ਚ ਜਾ ਕੇ ਬੰਦੇ ਲੈ ਕੇ ਆਇਆ, ਉਹਨੇ ਬੰਦੇ ਖਿੱਚੇ ਆ, ਪਰ ਜੋ ਉਦੋਂ ਲਾਲ ਕਿਲ੍ਹੇ 'ਤੇ ਹੋਇਆ, ਜੇ ਉਹ ਚਾਹੁੰਦਾ ਲੱਖਾ ਸਿਧਾਣਾ, ਦੀਪ ਸਿੱਧੂ ਨੂੰ ਤਾਂ ਮੈਂ ਮੰਨਦਾ ਹਾਂ ਕਿ ਉਹ ਸਰਕਾਰਾਂ ਦਾ ਟਾਊਟ ਆ, ਜੇ ਉਹ ਚਾਹੁੰਦਾ ਲੱਖਾ ਸਿਧਾਣਾ ਤਾਂ ਉਹ ਰੋਕ ਸਕਦਾ ਸੀ, ਪਰ ਉਹਨੇ ਤੁਹਾਡੇ ਨਾਲ ਵੇਖ ਕੇ ਵੀ ਹਾਂ ਵੀ ਥੱਲੇ ਬੰਦੇ ਜਿਹੜੇ ਉਹ ਵੀ ਰੌਲਾ ਪਾਉਂਦੇ ਆ, ਚੱਲ ਵੀ ਅੱਜ ਮੈਂ ਵੀ ਲੋਕਾਂ ਦੀ ਆਵਾਜ਼ 'ਚ ਆਵਾਜ਼ ਮਿਲਾ ਦੇਣਾ, ਉਹਨੇ ਵੀ ਉਹੀ ਕੰਮ ਕੀਤਾ ਜੋ ਨਹੀਂ ਕਰਨਾ ਚਾਹੀਦਾ। ਇੱਕ ਸੂਝਵਾਨ ਬੰਦਾ ਹੁੰਦਾ, ਕਹਿੰਦਾ ਨਾ ਵੀਰੋ ਮੈਂ ਉੱਥੇ ਦੂਜੇ ਰੂਟ 'ਤੇ ਨਹੀਂ ਜੇ ਜਾਣਾ, ਠੀਕ ਨਹੀਂ। ਉਹਨੇ ਕਿਹਾ ਵੀ ਦੇਖੋ ਜੇ ਉਹ ਜਾਣਗੇ ਤਾਂ ਮੈਂ ਵੀ ਤੁਹਾਡੇ ਮਗਰੇ ਜਾਊਂਗਾ, ਤਾਂ ਫਿਰ ਰੂਟ ਤੋਂ ਜਾ ਕੇ ਕੀ ਅੰਬ ਲੈ ਲੇ। ਵੇਖ ਲਿਆ ਜਲੂਸ ਨਿਕਲ ਗਿਆ ਸਾਡਾ ਜਲੂਸ। ਉਹ ਜਲੂਸ ਕੱਢਣ ਦਾ ਕਾਰਨ ਕੌਣ ਆ? ਮੈਂ ਕਾਰਨ ਲੱਖੇ ਸਿਧਾਣੇ ਨੂੰ ਮੰਨਦਾ, ਪਰ ਮੈਂ ਲੱਖੇ ਸਿਧਾਣੇ ਨੂੰ ਟਾਊਟ ਨਹੀਂ ਆਉਂਦਾ ਕਿਉਂਕਿ ਮੈਨੂੰ ਪਤਾ ਨਹੀਂ, ਮੈਨੂੰ ਲੱਗਦਾ ਨਹੀਂ ਫਿਲਹਾਲ। ਪਰ ਜਿਹੜਾ ਆਪਣਾ ਹੈਗਾ ਦੀਪ ਸਿੱਧੂ ਇਹ ਤਾਂ ਟਾਊਟ ਆ। ਤੁਸੀਂ ਆਹ ਵੇਖੋ ਪੰਜਾਬੀ, ਉਹਨੇ ਪੰਜਾਬ ਲਈ ਕੀਤਾ ਕੀ? ਉਹ ਪੰਜਾਬ ਦੇ ਵਿੱਚ ਐਂਟਰੀ ਕਿਦੋਂ ਮਾਰੀ ਉਹਨੇ? ਚੰਡੀਗੜ੍ਹ ਦੇ ਵਿੱਚ ਉਹਦਾ ਦਫ਼ਤਰ ਜਿਹੜਾ ਉਹਨੂੰ ਸਨੀ ਦਿਓਲ ਨੇ ਬਣਾ ਕੇ ਦਿੱਤਾ, ਸਨੀ ਦਿਓਲ ਦੇ ਵਾਸਤੇ ਉਹ ਕੈਂਪਿੰਗ ਕਰਦਾ ਰਿਹਾ। ਉਹ ਬੰਦਾ ਇੱਕੋ ਦਮ ਕਿੱਦਾਂ ਬਦਲ ਸਕਦਾ? RSS ਦੇ ਅੰਦਰ ਉਹ ਟ੍ਰੇਨਿੰਗ ਲੈਂਦਾ ਰਿਹਾ। ਤੁਹਾਡਾ ਦਿਮਾਗ ਫਿਰ ਗਿਆ, ਤੁਹਾਨੂੰ ਸਮਝ ਨਹੀਂ ਆਉਂਦੀ। ਜੇ ਸਾਨੂੰ ਇੱਥੇ ਦੂਰ ਬੈਠੇ, ਮੈਨੂੰ ਆਸਟ੍ਰੇਲੀਆ 'ਚ ਬੈਠੇ ਨੂੰ ਸਮਝ ਆਉਂਦੀ ਆ ਕਿ ਤੁਹਾਨੂੰ ਨਹੀਂ ਸਮਝ ਆਉਂਦੀ, ਤਾਂ ਸਾਰਾ ਕੁਛ ਦਫਾ ਕਰੋ। ਤੁਸੀਂ ਆਹ ਸੋਚੋ ਸਾਡਾ ਟੀਚਾ ਕੀ ਆ, ਸਾਡਾ ਮੇਨ ਮਕਸਦ ਕੀ ਆ? ਸਾਡਾ ਮੇਨ ਮਕਸਦ ਨਾ ਦੀਪ ਸਿੱਧੂ, ਨਾ ਲੱਖਾ ਸਿਧਾਣਾ, ਨਾ ਰਾਜੇਵਾਲ, ਇਹ ਸਾਡਾ ਕੋਈ ਮੇਨ ਮਕਸਦ ਨਹੀਂ। ਸਾਡਾ ਮੇਨ ਮਕਸਦ ਆ ਕਿਸਾਨੀ ਦੇ 3 ਬਿੱਲ ਜਿਹੜੇ ਸਾਨੂੰ ਮਾਰਨਗੇ, ਜਿਹੜੇ ਸਾਨੂੰ ਵਾਪਸ ਕਰਾਉਣੇ ਆ। ਅਤੇ ਇਹ ਸਾਡੇ ਵਿੱਚ 3 ਬਿੱਲ ਜਿਹੜੇ ਕੋਮਨ ਆ। ਪੰਜਾਬ ਅਤੇ ਹਰਿਆਣੇ ਦੀ ਲੜਾਈ ਸੀਗੀ, ਠੀਕ ਆ, ਅਸੀਂ ਹਰਿਆਣਵੇ ਨੂੰ ਮਾੜਾ ਸਮਝਦੇ ਸੀ, ਹਰਿਆਣਵੀ ਸਾਨੂੰ ਮਾੜਾ ਸਮਝਦੇ ਸੀ, ਪਰ ਸਾਨੂੰ ਇਕੱਠਾ ਲਿਆਉਣ ਵਾਲਾ 3 ਬਿੱਲ ਆ। ਸਾਡੇ 'ਚ ਜਿਹੜੀ ਚੀਜ਼ ਨੇ ਸਾਂਝ ਪਾਈ ਆ ਉਹ 3 ਬਿੱਲ ਨੇ। ਸਾਹੀ ਉਸ ਸਾਂਝ ਨੂੰ ਕਿੱਦਾਂ ਖ਼ਤਮ ਕੀਤਾ? ਲਾਲ ਕਿਲ੍ਹੇ 'ਤੇ ਨਿਸ਼ਾਨ ਸਾਹਿਬ ਚੜ੍ਹਾ ਕੇ। ਉਹ ਤੁਸੀਂ ਨਿਸ਼ਾਨ ਸਾਹਿਬ ਨੂੰ ਤਾਂ ਮਜ਼ਾਕ ਬਣਾ ਲਿਆ ਯਾਰ। ਨਿਸ਼ਾਨ ਸਾਹਿਬ ਗੁਰਦੁਆਰੇ ਜਦੋਂ ਲੱਗਦਾ, ਜਦੋਂ ਗੁਰਦੁਆਰਾ ਬਣਿਆ ਨਹੀਂ ਹੁੰਦਾ, ਬਣਨ ਤੋਂ ਪਹਿਲਾਂ ਨਿਸ਼ਾਨ ਸਾਹਿਬ ਲੱਗਦਾ, ਫਿਰ ਗੁਰਦੁਆਰੇ ਦੀ ਸਾਰੀ ਸ਼ੁਰੂ ਹੁੰਦੀ। ਤੁਸੀਂ ਜਾ ਕੇ ਦਿੱਲੀ ਦੇ ਉੱਤੇ ਤੁਸੀਂ ਕਹਿੰਦੇ ਹੋਏ ਸੀ, ਉਹ ਜਿਹੜੇ ਪੁਰਾਣੇ ਸੀ 19 ਵਾਰੀ ਦਿਖਾਇਆ, 18 ਵਾਰੀ ਚੜ੍ਹਾਇਆ ਉਹਨਾਂ 'ਤੇ ਨਿਸ਼ਾਨ ਸਾਹਿਬ। ਤੁਸੀਂ ਐਰਕਾ ਚੜ੍ਹਾ ਕੇ ਕੀ ਕਰ ਲਿਆ? ਉਹਨਾਂ ਨੇ ਚੜ੍ਹਾਇਆ ਸੀ ਨਿਸ਼ਾਨ ਸਾਹਿਬ, ਉਹ ਦਿੱਲੀ 'ਚ ਕਿਸੇ ਮਕਸਦ ਨਾਲ ਜਾਂਦੇ ਸੀ, ਹੁਕਮਰਾਨਾਂ ਦਾ ਵਿਰੋਧ ਕਰਨ ਜਾਂਦੇ ਸੀ। ਤੁਸੀਂ ਕਿਹੜੇ ਹੁਕਮਰਾਨ ਦਾ ਵਿਰੋਧ ਕਰਨ ਚਲੇ ਗਏ? ਤਾਂ ਤੁਸੀਂ ਜਾ ਕੇ ਉੱਥੇ ਕਿਹੜੇ ਹੁਕਮਰਾਨ ਦਾ ਲਾਲ ਕਿਲ੍ਹੇ ਦੇ ਉੱਤੇ ਜਾ ਕੇ ਤੁਸੀਂ ਲਾਇਆ? ਲਾਲ ਕਿਲ੍ਹਾ ਤਾਂ ਮੁਸਲਮਾਨਾਂ ਨੇ ਬਣਾਇਆ। ਅਤੇ ਨਾਲੇ ਤੁਹਾਡਾ ਨਿਸ਼ਾਨ ਸਾਹਿਬ ਚੜ੍ਹਾਉਣ ਨਾਲ ਕੀ ਹੋ ਗਿਆ? ਨਿਸ਼ਾਨ ਸਾਹਿਬ ਚੜ੍ਹਾਉਣ ਦੇ ਨਾਲ ਤੁਸੀਂ ਆਪਣੇ ਆਪ ਨੂੰ ਹਿੰਦੂਆਂ ਭਰਾਵਾਂ ਤੋਂ, ਮੁਸਲਮਾਨ ਭਰਾਵਾਂ ਤੋਂ ਤੋੜ ਲਿਆ। ਤੁਸੀਂ ਆਹ ਵਿਖਾ ਦਿੱਤਾ ਕਿ ਅਸੀਂ ਤੁਹਾਡੇ ਨਾਲੋਂ ਉੱਪਰ ਆ। ਜਦੋਂ ਸਾਡਾ ਨਿਸ਼ਾਨ ਸਾਹਿਬ ਚੜ੍ਹਾਉਣ ਦਾ ਵੇਲਾ ਹੁੰਦਾ, ਜੇ ਸਾਡੀ ਇਕੱਲੀ ਸਿੱਖਾਂ ਦੀ, ਸਿੱਖ ਧਰਮ ਤੋਂ ਲੈ ਕੇ ਲੜਾਈ ਹੁੰਦੀ, ਤਾਂ ਸਿੱਖ ਧਰਮ ਦੇ ਰਿਲੇਟਿਡ ਕੋਈ ਲੜਾਈ ਹੁੰਦੀ, ਤਾਂ ਵੀ ਮੈਂ ਨਿਸ਼ਾਨ ਸਾਹਿਬ ਨੂੰ ਚੜ੍ਹਾਉਣਾ ਸਹੀ ਨਹੀਂ ਸਮਝਦਾ। ਤਾਂ ਤੁਸੀਂ ਕਹਿ ਸਕਦੇ ਸੀ ਇਹ ਤੁਹਾਡਾ ਕੌਮਿਊਨਲ ਇੱਕ ਸੰਘਰਸ਼ ਸੀਗਾ, ਜਿਹਦੇ ਵਿੱਚ ਹਿੰਦੂ ਵੀ ਆ ਤੁਹਾਡੇ ਨਾਲ, ਮੁਸਲਮਾਨ ਵੀ ਆ ਤੁਹਾਡੇ ਨਾਲ ਹੌਲੀ ਹੌਲੀ ਲੋਕ ਜੁੜਨ ਦੇ ਸੀ। ਤੁਸੀਂ ਆਪਣੇ ਆਪ ਨੂੰ ਕਈ ਲੋਕਾਂ ਕੋਲੋਂ ਤੋੜ ਵੀ ਲਿਆ। ਤੁਸੀਂ ਸਾਡੇ ਪੰਜਾਬੀਆਂ 'ਚ ਆਹ ਕਿਉਂ ਆ ਕਿ ਅਸੀਂ ਆਪਣੀ ਆਕੜ ਤੋਂ ਨਹੀਂ ਬਾਜ ਆਉਂਦੇ? ਪਹਿਲਾਂ ਹੀ ਆਪਣੀ ਆਕੜ ਤੋਂ ਨਹੀਂ ਬਾਜ ਆਉਂਦੇ। ਦੂਜਾ ਹੀ ਭੈਣ ਚੋ ਸੈਲੀਬ੍ਰਿਟੀਆਂ ਦੀ, ਸੌਰੀ ਜੇ ਮੈਂ ਗਾਲ ਕੱਢਾਂ, ਗੁੱਸਾ ਨਾ ਕਰਿਓ ਕਿਉਂਕਿ ਮੈਂ ਵੀ ਤੁਹਾਡੇ ਵਿੱਚੋਂ ਹੀ ਹਾਂ, ਮੇਰਾ ਤਰੀਕਾ, ਮੈਂ ਗੁੱਸਾ ਨਹੀਂ ਕਰਨ ਡਿਆ। ਦੂਜਾ ਅਸੀਂ ਕੀ ਕਰਦੇ ਹਾਂ? ਅਸੀਂ ਸੈਲੀਬ੍ਰਿਟਾਂ ਦੀ ਚੱਟਦੇ ਹਾਂ। ਪੰਜਾਬ ਦਾ ਬੱਚਾ ਲੈ ਲਿਆ, ਪੰਜਾਬ ਦੇ ਬੱਚੇ ਕੋ ਸਵਾਦ ਪਾਤੀ ਸੰਨੀ ਦਿਓਲ ਨੇ ਖੇ ਸਿਰ ਦੇ ਵਿੱਚ। ਚੱਲ ਸੰਨੀ ਦਿਓਲ ਤੋਂ ਪੰਜਾਬ 'ਚ ਛੋਟਾ ਹੁੰਦਾ, ਉੱਧਰ ਤੁਰ ਗਿਆ ਹੋਊਗਾ, ਉਹਨੂੰ ਨਹੀਂ ਪੰਜਾਬੀ ਚੱਜ ਨਾਲ ਬੋਲਣੀ। ਉਹਦਾ ਪਿਓ ਦਾ ਜਿਹੜਾ ਪੰਜਾਬ 'ਚ ਵੱਡਾ ਸਾਡਾ ਹੋਇਆ ਸੀ ਨਾ, ਪੰਜਾਬ 'ਚ ਸਾਰਾ ਕੁਛ ਨਿਕਲਿਆ ਸੀ, ਕਰ ਲਿਆ, ਲੈ ਲਿਆ। ਅਗਲਾ ਮਰਨ ਦੇ ਕੰਢੇ ਆ, ਉਮਰ ਉਹਦੀ ਮਰਨ ਦੇ ਕੰਢਿਆਂ ਵਾਲੀ ਆ, ਕਬਰਾਂ 'ਚ ਪੈਰ ਲਮਕਦੇ ਆ, ਫਿਰ ਵੀ ਉਹਨੇ ਚੰਗਾ ਨਹੀਂ, ਆਪਣੇ ਦਿਮਾਗ ਦੀ ਨਹੀਂ ਸੋਚੀ ਕਿ ਮੈਂ ਪੰਜਾਬ ਦਾ ਸਾਥ ਦੇ ਜਾਵਾਂ, ਮੈਂ ਸਿੱਖਾਂ ਦਾ ਨਹੀਂ ਸਾਥ ਦੇਵਾਂ, ਮੈਂ ਕਿਸਾਨਾਂ ਦਾ ਸਾਥ ਦੇ ਜਾਵਾਂ। ਕਿਸਾਨ ਦਾ ਪੁੱਤ ਸੀ ਨਾ ਧਰਮਿੰਦਰ, ਭਾਵੇਂ ਮਾੜੀ ਚੰਗੀ ਜ਼ਮੀਨ ਹੋਊਗੀ, ਮਾੜਾ ਹੈ ਤਾਂ ਵੀ ਜ਼ਿਮੀਂਦਾਰਾਂ ਦਾ ਪੁੱਤ ਸੀ ਨਾ।
ਜੂਤ ਮਾਰ ਗਿਆ ਤੁਹਾਡੇ ਉਹ, ਤਾਂ ਤੁਸੀਂ ਉਹੀ ਕੰਮ ਹੁਣ ਲੱਖੇ ਸਿਧਾਣੇ ਦੇ ਪਿੱਛੇ, ਸੌਰੀ ਦੀਪ ਸਿੱਧੂ ਦੇ ਪਿੱਛੇ ਲੱਗ ਕੇ ਕਰਨੇ ਹੋ। ਉਹ ਜਿਹੜਾ ਬੰਦਾ ਹੀਰੋ ਆ ਉਹਨੂੰ ਫੜ ਲਿਆ। ਮੈਂ ਕਮੈਂਟ ਪੜ੍ਹਦਾ ਤਾਂ ਮੇਰਾ ਜੀ ਕਰਦਾ ਕਿ ਮੈਂ ਆਪਣੇ ਆਪ ਨੂੰ ਗੋਲੀ ਮਾਰ ਲਾਂ, ਜਾਂ ਮੈਨੂੰ ਸਮਝ ਨਹੀਂ ਆਉਂਦੀ, ਮੈਨੂੰ ਦੁੱਖ ਹੁੰਦਾ ਯਾਰ ਕਿ ਕਮੈਂਟਾਂ ਦੇ ਵਿੱਚ ਲਿਖਦੇ ਆ ਦੀਪ ਸਿੱਧੂ ਨਮਾਣਾ ਵਾ, ਉਹ ਭੋਲਾ ਆਦਮੀ ਆ, ਰੱਬ ਰਾਖਾ ਦੀਪ ਸਿੱਧੂ ਦਾ, ਦੀਪ ਸਿੱਧੂ ਵਾਸਤੇ ਅਰਦਾਸ ਕਰੋ, ਉਹ ਵਿਚਾਰਾ ਫਸਾਉਣ ਦੇ ਆ। ਉਹ ਕਸਮੋਂ ਨਹੀਂ ਜੇ ਫਸਾਉਣ ਦੇ, ਤੁਹਾਨੂੰ ਸਮਝ ਨਹੀਂ ਆਉਂਦੀ। ਬੀਜੇਪੀ ਦਾ ਬੰਦਾ ਸੀਗਾ ਉਹ, ਸੰਨੀ ਦਿਓਲ ਦੀ ਉਹਨੇ ਕੈਂਪੇਨ ਕੀਤੀ ਇਲੈਕਸ਼ਨਾਂ ਵਿੱਚ। ਕਿਹਾ ਸੰਨੀ ਦਿਓਲ ਦੀ ਕੈਂਪੇਨ ਦਾ ਮਤਲਬ ਸਮਝਦੇ, ਸੰਨੀ ਦਿਓਲ ਦੇ ਨਾਲ ਜੁੜ ਕੇ ਮੋਢੇ ਨਾਲ ਮੋਢਾ ਲਾ ਕੇ ਘੁੰਮਦਾ ਰਿਹਾ ਉਹ। ਅੱਜ ਉਹ ਸੰਨੀ ਦਿਓਲ ਤੋਂ ਬੀਜੇਪੀ ਤੋਂ ਕੱਟ ਗਿਆ, ਉਹ ਤੁਹਾਨੂੰ ਸਮਝ ਨਹੀਂ ਜੇ ਆਉਂਦੀ। ਉਹ ਨਹੀਂ ਜੇ ਕਟਿਆ ਉਹ ਟਾਊਟ ਹੈ। ਉਹ ਸਰਕਾਰ ਬੀਜੇਪੀ ਤੁਹਾਡੇ ਖਿਲਾਫ ਇਸਤੇਮਾਲ ਕਰਨ ਦੇ ਉਹਨੂੰ। ਪਹਿਲਾਂ ਕਿੰਨੇ ਦਿਨ ਹੋ ਗਏ, ਉਹ 26 ਤੋਂ ਬਾਅਦ ਹੁਣ ਕੱਲ੍ਹ ਪਰਸੋਂ ਫੜਿਆ ਗਿਆ ਉਹ। ਪਹਿਲਾਂ ਕਹਿੰਦੇ ਸੀਗੇ ਪੁਲਿਸ ਵਾਲੇ ਜੀ ਅਸੀਂ ਉਹਨੂੰ ਫੜਿਆ ਜੀਰਕਪੁਰੋਂ, ਫਿਰ ਰਾਤੋਂ ਰਾਤ ਬਿਆਨ ਬਦਲ ਕੇ ਕਰਨਾਲ ਆ ਗਿਆ। ਉਹ ਭਰਾਵੋ ਤੁਹਾਨੂੰ ਰੱਬ ਤੇ ਵਿਖਾਉਣ ਦਿਆ ਵੀ ਮੈਂ ਰੱਬ ਤੁਹਾਨੂੰ ਆ ਕੇ ਤਾਂ ਨਹੀਂ ਵਿਖਾਉਣਾ, ਕਿਉਂਕਿ ਅਕਾਲ ਪੁਰਖ ਆ ਕੇ ਤਾਂ ਨਹੀਂ ਪ੍ਰਗਟ ਹੋ ਸਕਦਾ, ਉਹ ਤਾਂ ਬੰਦਾ ਤਾਂ ਹੈ ਹੀ ਕੋਈ ਨਹੀਂ। ਉਹ ਤੁਹਾਨੂੰ ਵਿਖਾਉਣ ਦਿਆ, ਜਿਹੜੇ ਸੂਝਵਾਨ ਲੋਕ ਆ ਉਹਨਾਂ ਨੂੰ ਵਿਖਣ ਵੀ ਦਿਆ। ਪਰ ਮੇਰੇ ਪੰਜਾਬੀ ਵੀਰੋ, ਕੱਲਾ YouTube ਵੇਖ ਕੇ ਜਾਂ ਕੱਲਾ ਬਸ ਫੂਫਾਂ ਫਾਲੀਆਂ ਲੋਕਾਂ ਦੀਆਂ ਗੱਲਾਂ ਵੇਖ ਕੇ ਜਾਂ ਲੋਕਾਂ ਦੇ ਕਮੈਂਟ ਕੀਤੇ ਵੇਖ ਕੇ ਐਵੇਂ ਇਹਨਾਂ ਨਾਲ ਲੱਤੀ ਲਾ ਦਿਓ ਕਿ ਹਾਂ ਵੀ ਮੈਂ ਵੀ ਦੀਪ ਸਿੱਧੂ ਦੇ ਨਾਲ। ਥੋੜ੍ਹਾ ਸ਼ਰਮ ਨੂੰ ਹੱਥ ਮਾਰੋ, ਸੋਚੋ ਮੇਰੇ ਵੀਰੋ, ਸੋਚੋ ਕਿ ਸਾਡਾ ਮੇਨ ਟੀਚਾ ਦੀਪ ਸਿੱਧੂ, ਲੱਖਾ ਸਿਧਾਣਾ, ਰਾਜੇਵਾਲ ਨਹੀਂ ਆ। ਸਾਡਾ ਮੇਨ ਸਿੱਟਾ, ਸਾਡਾ ਮੇਨ ਟੀਚਾ ਜਿਹੜਾ ਹੈ ਉਹ 3 ਕਾਨੂੰਨ ਵਾਪਸ ਕਰਾਉਣੇ ਆ। ਇਹ ਇਕੱਲਾ ਅੰਦੋਲਨ ਪੰਜਾਬ ਦਾ ਨਹੀਂ ਆ। ਪੰਜਾਬ ਨੇ ਲੀਡ ਕੀਤਾ, ਪੰਜਾਬ ਨੇ ਸ਼ੁਰੂ ਕੀਤਾ, ਪੰਜਾਬ ਹਮੇਸ਼ਾ ਤੋਂ ਹੀ ਇਹ ਕਰਦਾ ਆਇਆ। ਪਰ ਇਹ ਇਕੱਲਾ ਹੁਣ ਪੰਜਾਬ ਦਾ ਨਹੀਂ। ਜੇ ਇਕੱਲਾ ਪੰਜਾਬ ਦਾ ਰਹਿ ਗਿਆ ਏ ਤਾਂ ਛਿੱਤਰ ਖਾਓਗੇ ਅਤੇ ਵਾਪਸ ਮੁੜ ਜਾਓਗੇ। ਕੁਛ ਨਹੀਂ ਜੇ ਹੋਣਾ। ਅਸੀਂ ਕੋਈ ਸਾਨ ਨਹੀਂ ਹੈਗੇ। ਭੁੱਲ ਜਾਓ ਇਹ ਗੱਲਾਂ ਨੂੰ। ਜਿਹੜੇ ਸਾਨੂੰ ਕਹਿੰਦੇ ਨਾ ਵੀ ਅਸੀਂ ਬੜੇ ਸਾਨ ਆ, ਸਾਡੇ ਕੋਲ ਹੁਣ ਸਾਡਾ ਗੁਰੂ ਨਹੀਂ ਹੈਗਾ, ਠੀਕ ਆ। ਉਹ ਗੁਰੂਆਂ ਵਾਲੇ ਟਾਈਮ ਚਲੇ ਗਏ, ਕਿਉਂਕਿ ਹੁਣ ਅਸੀਂ ਵੀ ਉਹ ਗੁਰੂਆਂ ਵਾਲੇ ਬੱਚੇ ਨਹੀਂ ਹੈਗੇ। ਹੁਣ ਸਾਨੂੰ ਇਹਨਾਂ ਨੇ ਛਿੱਤਰ ਮਾਰਨੇ ਆ। ਤੁਸੀਂ ਆਹ ਮੇਰੀ ਗੱਲ ਨੂੰ ਭਾਵੇਂ ਔਖਾ ਮੰਨਿਓ ਭਾਵੇਂ ਸੱਚਾ ਮੰਨਿਓ, ਅਸੀਂ ਲੜ ਪਵਾਂਗੇ। ਸਾਡੇ 'ਚੋਂ ਕਿੰਨੇ ਕੁ ਲੜਨ ਵਾਲੇ ਆ ਦੱਸੋ ਵੀ। ਉਹ ਵਿਚਾਰਾ ਜਿਹੜਾ ਇੱਕ ਨੂੰ ਉਹਨੂੰ ਦਿੱਲੀ ਦੇ ਵਿੱਚ ਜਿਹੜੀ ਦਾੜੀ ਦੇ ਉੱਤੇ ਜੂਤ ਰੱਖਿਆ ਸੀ ਉਹਨਾਂ ਨੇ, ਉਹ ਵਿਚਾਰਾ ਲੜਨ ਵਾਲਾ ਬੰਦਾ ਸੀ। ਕਿੰਨੇ ਕੁ ਤੁਸੀਂ ਹਿਸਾਬ ਲਾ ਲਓ ਵੀ ਉਹਦੇ ਵਰਗੇ ਹੈਗੇ ਆ? ਕਿੰਨੇ ਕੁ ਹੈਗੇ ਉਹਦੇ ਵਰਗੇ? ਭਾ ਸਾਰਿਆਂ ਨੇ ਆਈਲੈਟਸ ਕਰਨੀ ਆ, ਸਾਰਿਆਂ ਨੇ ਵੀਜ਼ੇ ਲਾਉਣੇ ਆ। ਕੋਈ ਨਹੀਂ ਚਾਹੁੰਦਾ ਮੇਰੇ ਖਿਲਾਫ ਕੇਸ ਪੈ ਜਾਵੇ। ਜੇ ਕੇਸ ਪੈ ਗਿਆ ਤਾਂ ਬਾਹਰ ਨਹੀਂ ਜਾਇਆ ਜਾਣਾ। ਕੋਈ ਪੰਜਾਬ ਦੇ ਵਿੱਚ ਇਸ ਵਕਤ ਉਹ ਨਹੀਂ ਹੈਗਾ 84 ਖਾੜਕੋਂ ਵਾਲਾ। ਉਹਨਾਂ ਦਾ ਵੀ ਤੁਸੀਂ ਹਿਸਾਬ ਵੇਖਿਆ, ਇਹਨਾਂ ਸਰਕਾਰਾਂ ਨੇ ਕੈਂ ਵਿੱਚ ਬੰਦੇ ਵਾੜ ਕੇ ਹਿੰਦੂ ਮਾਰੇ ਸੀਗੇ। ਨਾਮ ਆਪਣਾ ਲੱਗਦਾ ਨਾ ਅੱਜ ਵੀ ਅਸੀਂ ਮਾਰੇ ਸੀ ਬੰਦੇ। ਅਤੇ ਜੇ ਸਾਡੇ ਵਿੱਚੋਂ ਕੁਛ ਘੂਸਿਆਂ ਨੇ ਮਾਰੇ ਵੀ ਹੋਣਗੇ ਹਿੰਦੂ ਭਰਾ, ਤਾਂ ਬਹੁਤ ਵੱਡੀ ਗਲਤੀ ਕੀਤੀ, ਚੰਗਾ ਕੰਮ ਨਹੀਂ ਜੇ ਕੀਤਾ। ਸਾਡੀ ਲੜਾਈ ਕਦੀ ਵੀ ਸਾਡੇ ਗੁਰੂਆਂ ਤੋਂ ਲੈ ਕੇ ਕਿੱਥੋਂ ਵੀ ਲੈ ਕੇ ਸਾਡੀ ਲੜਾਈ ਧਰਮ ਵਿਸ਼ੇਸ਼ ਵਿਅਕਤੀਆਂ ਦੇ ਨਾਲ ਨਹੀਂ ਆ। ਇੰਦਰਾ ਨੇ ਮਾੜੀ ਕੀਤੀ ਸੀ, ਮਾਰ ਦਿਓ, ਪਰ ਹਿੰਦੂਆਂ ਨੂੰ ਮਾਰਨ ਦਾ ਕੀ ਮਤਲਬ ਬਣਦਾ ਹੈ? ਉਹ ਜਾਂ ਤਾਂ ਸਰਕਾਰ ਨੇ ਕੀਤਾ ਸੀ ਤੇ ਜਾਂ ਅਸੀਂ ਕੀਤਾ ਸੀ, ਜਾਂ ਸਾਡੇ ਵਿੱਚੋਂ ਹੀ ਕੁਛ ਬੰਦੇ ਸੀ ਜਿਹੜੇ ਪੈਸੇ ਤੇ ਟਕੇ ਤੇ ਵਿਕ ਗਏ। ਠੀਕ ਨਹੀਂ ਭਰਾ, ਸਾਨੂੰ ਕਿਸੇ ਨੇ ਨਹੀਂ ਮਾਰਿਆ। ਸਾਡਾ ਕਸੂਰ, ਸਾਨੂੰ ਬੀਜੇਪੀ ਨਹੀਂ ਮਾਰਦੇ, ਸਾਨੂੰ ਮਾਰਦੇ ਅਸੀਂ ਆਪਣੇ ਆਪ ਆ। ਹੁਣ ਜਿਹੜਾ ਅਗਲਾ ਕੰਮ ਆ, ਜੇ ਤੁਹਾਨੂੰ ਸਮਝ ਆਉਂਦੀ ਹੋਵੇ, ਅਗਲਾ ਕੰਮ ਆ ਵਾ ਕਿ ਉਹ ਦੀਪ ਸਿੱਧੂ ਦੇ ਪਿੱਛੇ ਕੁਛ ਸਰਦਾਰ ਖੜੇ ਕਰਕੇ, ਕਮੈਂਟ ਮੈਂ ਵੇਖਣ ਨਾ ਬੀਜੇਪੀ ਦੇ IT ਸੈੱਲ ਵਾਲਿਆਂ ਦੇ, ਉਹ ਪੰਜਾਬੀ 'ਚ ਵੀ ਕਮੈਂਟ ਪਾਈ ਜਾਂਦੇ ਆ, ਪੰਜਾਬੀ 'ਚ ਵੀ ਕਮੈਂਟ ਪਾਈ ਜਾਂਦੇ। ਤੁਹਾਡਾ ਦੁਸ਼ਮਣ ਤਾਂ ਤੁਹਾਡਾ ਇੱਦਾਂ ਤਗੜਾ, ਬੀਜੇਪੀ ਵਾਲੇ ਦੁਸ਼ਮਣ ਤੋਂ ਭਰਾ ਮੇਰਾ ਆਹ ਬਿਲਕੁਲ ਮਤਲਬ ਨਹੀਂ ਹੈਗਾ ਕਿ ਹਿੰਦੂ ਸਾਡਾ ਦੁਸ਼ਮਣ ਆ। ਹਿੰਦੂ ਸਾਡਾ ਦੁਸ਼ਮਣ ਕੋਈ ਨਹੀਂ। ਸਾਡਾ ਦੁਸ਼ਮਣ ਜਿਹੜਾ ਉਹ ਮੌਕੇ ਦੀ ਸਰਕਾਰ ਆ। ਕਦੀ ਕਾਂਗਰਸ ਹੁੰਦੀ ਆ, ਕਦੀ ਬੀਜੇਪੀ ਹੁੰਦੀ ਆ, ਕਦੀ ਅਕਾਲੀ ਹੁੰਦੇ ਆ, ਕਦੀ ਕੈਪਟਨ ਆਪਣਾ ਅਮਰਿੰਦਰ ਸਿੰਘ ਹੁੰਦਾ। ਇਹ ਸਿਰਫ ਉਹਦੇ ਬਦਲਦੇ ਆ, ਸ਼ਕਲਾਂ ਬਦਲਦੀਆਂ ਨੇ, ਸਿਰਫ ਸ਼ਕਲਾਂ ਬਦਲਦੀਆਂ ਨੇ। ਕੰਮ ਉਹਨਾਂ ਦੇ ਉਹੀ ਨੇ, ਪੰਜੇ ਉਹਨਾਂ ਦੇ ਉਹੀ ਨੇ। ਸਾਨੂੰ ਆਪਸ 'ਚ ਹਿੰਦੂਆਂ ਨੂੰ ਸਿੱਖਾਂ ਨਾਲ, ਹਿੰਦੂਆਂ ਨੂੰ ਮੁਸਲਮਾਨਾਂ ਨਾਲ, ਸਿੱਖਾਂ ਨੂੰ ਮੁਸਲਮਾਨਾਂ ਨਾਲ ਲੜਾ ਕੇ ਵੋਟਾਂ ਲੈਂਦੇ ਆ। ਉਹ ਜਪਾਨ ਵਰਗਾ ਦੇਸ਼ ਵਰਲਡ ਵਾਰ 2 'ਚ ਐਡਾ ਬਰਬਾਦ ਹੋਇਆ, ਫਿਰ ਖੜ ਗਿਆ। ਉਹ ਸਿੰਗਾਪੁਰ ਜਿਹੜਾ, ਮੈਂ ਉੱਥੇ ਗਿਆ, 40 ਮਿੰਟ ਸ਼ਹਿਰ ਦੇ ਵਿਚਕਾਰ ਖੜ ਲਓ ਅਤੇ 40 ਮਿੰਟ ਇੱਧਰ ਚੱਲ ਜਾਓ, ਘੰਟਾ ਇੱਧਰ ਚੱਲ ਜਾਓ, ਡੇਢ ਇੱਧਰ ਚੱਲ ਜਾਓ, ਡੇਢ ਇੱਧਰ ਚੱਲ ਜਾਓ, ਸਿੰਗਾਪੁਰ ਖਤਮ। ਆਸਟ੍ਰੇਲੀਆ ਦੇ ਡਾਲਰ ਦੇ ਮੁਤਾਬਕ ਬਰਾਬਰ ਦਾ ਡਾਲਰ ਆ ਉਹਨਾਂ ਦਾ। 19-21 ਦਾ ਫਰਕ ਹੁੰਦਾ ਹੀ। ਉਹਨਾਂ ਕੋਲ ਸਿਰਫ ਇੱਕ ਬੰਦਰਗਾਹ, ਉਹਨਾਂ ਨੇ ਆਪਣੇ ਦੇਸ਼ ਦਾ ਸ਼ਕਲ ਬਦਲੀ ਹੋਈ। ਤੁਹਾਡੇ ਕੋਲ ਕੀ ਨਹੀਂ ਹੈਗਾ। ਤੁਸੀਂ ਸਿਰਫ ਹਿੰਦੂ ਮੁਸਲਮਾਨ 'ਚ ਹੀ ਲੜ ਕੇ ਮਰੀ ਜਾਂਦੇ ਹੋ, ਜਾਂ ਹਿੰਦੂ ਸਿੱਖ 'ਚ ਹੀ ਲੜ ਕੇ ਮਰੀ ਜਾਂਦੇ ਹੋ। ਸਾਡਾ ਬੇੜਾ ਹੀ ਗਰਕ ਹੋਣ ਦਾ, ਕਿਉਂਕਿ ਅਸੀਂ ਆਪਣਾ ਬੇੜਾ ਗਰਕ ਆਪ ਕਰਾਉਂਦੇ। ਬੀਜੇਪੀ ਦਾ ਕਸੂਰ ਨਹੀਂ, ਬੀਜੇਪੀ ਨੇ ਤਾਂ ਸਾਨੂੰ ਮਾਰਨਾ। ਕਾਂਗਰਸ ਦਾ ਕਸੂਰ ਨਹੀਂ, ਕਾਂਗਰਸ ਨੇ ਤਾਂ ਸਾਨੂੰ ਮਾਰਨਾ। ਸਾਡਾ ਆਪਣਾ ਕੀ ਹੈ ਵੀ ਅਸੀਂ ਉਹਨਾਂ ਦੇ ਕਹੇ 'ਤੇ ਮਰਨਾ। ਉਹਨਾਂ ਨੇ ਤਾਂ ਟੋਏ ਪੱਟ ਕੇ, ਉਹ ਸ਼ਿਕਾਰੀ ਹੈ, ਉਹਨਾਂ ਨੇ ਤਾਂ ਟੋਏ ਪੱਟ ਕੇ ਪੱਤੇ ਪਾ ਕੇ ਲੱਕੜਾਂ ਲਾ ਕੇ ਰੱਖਤਾ। ਅਸੀਂ ਮਸਤ ਹਾਥੀ ਹਾਂ, ਅਸੀਂ ਮਸਤ ਹਾਥੀ ਹਾਂ।
ਕਿ ਅਸੀਂ ਆਪਣੀ ਲੋਰ ਦੇ ਵਿੱਚ ਸੁੰਘ ਕੇ ਹੱਥਣੀ ਦੀ ਸਮੈਲ ਤੇ ਅਸੀਂ ਭੱਜਣੇ ਉੱਧਰ ਨੂੰ, ਤਾਂ ਸਾਡਾ ਇੱਦਾਂ ਹਾਥੀਆਂ ਨੂੰ ਫੜਦੇ ਆ ਤੇ ਉੱਥੇ ਜਾ ਕੇ ਅਸੀਂ ਟੋਏ 'ਚ ਮੁੜ ਕੇ ਡਿੱਗ ਪੈਂਦੇ ਆ। ਫਿਰ ਅਸੀਂ ਰੋਈਦਾ ਜੀ ਸ਼ਿਕਾਰੀ ਬੜਾ ਮਾੜਾ, ਸ਼ਿਕਾਰੀ ਬੜਾ ਮਾੜਾ। ਸ਼ਿਕਾਰੀ ਦਾ ਤਾਂ ਕੰਮ ਸ਼ਿਕਾਰੀ ਹੈ, ਮਾਰਨ ਵਾਲੇ ਨੇ ਤਾਂ ਸਾਨੂੰ ਮਾਰਨਾ। ਅਸੀਂ ਬਚਣਾ ਜਾਂ ਨਹੀਂ ਬਚਣਾ, ਇਹ ਸਾਡੀ ਜ਼ਿੰਮੇਵਾਰੀ ਆ। ਕਿੱਦਾਂ ਬਚਣਾ ਅਸੀਂ? ਹੁਣ ਉਹਨਾਂ ਨੇ ਦੀਪ ਸਿੱਧੂ ਨੂੰ ਖੜਾ ਕਰਨਾ। ਇੱਧਰ ਕਿਸਾਨਾਂ ਦੇ ਪਿੱਛੇ ਕੁਛ ਸਰਦਾਰ ਹੋਣੇ ਆ, ਦੀਪ ਸਿੱਧੂ ਦੇ ਕੁਛ ਸਰਦਾਰ ਹੋਣੇ ਆ, ਦੋਵੇਂ ਬੰਨੇ ਪੁੱਤ ਸਾਡੇ। ਇੱਧਰਲੇ ਬੇਵਕੂਫ ਬਣ ਕੇ ਆਪਸ 'ਚ ਝੜ ਪੈਣਾ, ਆਪਸ 'ਚ ਲੜ ਪੈਣਾ, ਅੰਦੋਲਨ ਖਤਮ। ਉਹ ਭਰਾ ਤੁਹਾਨੂੰ ਸਮਝ ਨਹੀਂ ਆਉਂਦੀ ਕਿ ਬੀਜੇਪੀ ਕਰਾਉਣ ਡਈ ਹੈ ਜਾਣ ਬੁੱਝ ਕੇ। ਉਹ ਜੇ ਦੀਪ ਸਿੱਧੂ ਇਨੋਸੈਂਟ ਹੈਗਾ, ਮੰਨ ਲਓ, ਮੈਂ ਕੋਈ ਰੱਬ ਤਾਂ ਨਹੀਂ, ਮੈਂ ਆਪਣਾ ਦਿਮਾਗ ਬੋਲਣ ਆ ਨਾ, ਮੇਰਾ ਜੋ ਮੇਰੇ ਦਿਮਾਗ 'ਚ ਮੈਂ ਉਹ ਬੋਲਣਾ। ਜੇ ਦੀਪ ਸਿੱਧੂ ਇਨੋਸੈਂਟ ਹੈਗਾ, ਉਹਦੇ ਕੋਲ ਬੜਾ ਪੈਸਾ ਵੀਰ, ਉਹ ਬਾਹਰ ਨਿਕਲ ਆਊਗਾ। ਕਿ ਜਿਹੜੇ ਨਿਮਾਣੇ ਆ, ਜਿਨ੍ਹਾਂ ਕੋਲ ਵਿਚਾਰਿਆਂ ਕੋਲ ਵਕੀਲ ਨਹੀਂ, ਉਹਨਾਂ ਦੀ ਤਾਂ ਹੀ ਸਪੋਰਟ ਨਹੀਂ ਕਰਨ ਦੇ, ਉਹਨਾਂ ਤੋਂ ਤਾਂ ਅਸੀਂ ਦੀਪ ਸਿੱਧੂ ਵਾਂਗੂ ਚੜਾਉਣ ਨਹੀਂ ਦੇ। ਦੀਪ ਸਿੱਧੂ ਜਿਹਦੇ ਕੋਲ ਇੰਨਾ ਪੈਸਾ, ਇੰਨਾ ਕੁਛ ਆ, ਅਸੀਂ ਉਹਨੂੰ ਚੜਾਈ ਤੁਰੀ ਜਾਂਦੇ ਆ, ਉਹਨੇ ਬਚ ਜਾਣਾ ਹੀ। ਪਹਿਲਾਂ ਤਾਂ ਮੈਂ ਮੰਨਣਾ ਕਿ ਉਹ ਟਾਊਟ ਆ, ਦੂਜਾ ਮੈਂ ਮੰਨਣਾ ਕਿ ਉਹ ਟਾਊਟ ਨਹੀਂ ਵੀ ਹੋਊਗਾ ਤਾਂ ਉਹਨੇ ਫਿਰ ਵੀ ਬਚ ਜਾਣਾ ਹੈ, ਉਹਨੇ ਫਿਰ ਵੀ ਬਚ ਜਾਣਾ ਹੈ। ਅੱਜ ਦਾ ਸਾਡਾ ਟੀਚਾ ਕਿਸਾਨ ਅੰਦੋਲਨ ਆ, ਨਾ ਦੀਪ ਸਿੱਧੂ, ਨਾ ਲੱਖਾ ਸਿਧਾਣਾ, ਨਾ ਹੀ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ। ਸਾਨੂੰ ਛਿੱਤਰ ਪੱਕਾ ਕਰਨਾ ਚਾਹੀਦਾ ਕਿ ਕਿਸਾਨ ਜਥੇਬੰਦੀਆਂ ਵਾਲੇ ਪਿੱਛੇ ਨਾ ਮੁੜ ਆਉਣ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਹੁਣ ਜਿਹੜੇ ਟਾਈਮ ਦੇ ਉੱਤੇ ਸਾਡਾ ਅੰਦੋਲਨ ਪਹੁੰਚਿਆ ਹੈ, ਤਾਂ ਜੋ ਸਾਡਾ ਹਾਲ ਆ ਇਸ ਵਕਤ ਹੋਣ ਦਿਆ, ਜੇ ਕੋਈ ਕਿਸਾਨ ਜਥੇਬੰਦੀ ਵਾਲਾ ਕਰਪਟ ਹੋਣਾ ਚਾਹਵੇ ਨਾ, ਮਿੰਟ ਤੋਂ ਪਹਿਲਾਂ ਕਹਿ ਦੂਗਾ ਵੀ ਬੰਨਾ ਕੁਛ ਨਹੀਂ, ਤੇ ਸਿੱਧਾ ਇਲਜ਼ਾਮ ਪਤਾ ਕੀ ਲਾਊਗਾ ਕਿ ਪੰਜਾਬੀ ਸਾਡੇ ਖਿਲਾਫ ਹੋ ਗਿਆ, ਅਸੀਂ ਕੀ ਕਰੀਏ, ਦੀਪ ਸਿੱਧੂ ਦਾ ਬਹਾਨਾ ਲੈ ਕੇ ਤੇ ਆਪਣੇ ਆਪ ਨੂੰ ਪਿੱਛੇ ਖਿੱਚ ਲਵੇ। ਉਹ ਤੁਸੀਂ ਦੀਪ ਸਿੱਧੂ ਨੂੰ ਛੱਡੋ ਸਪੋਰਟ ਕਰਨਾ, ਲੱਖੇ ਸਿਧਾਣੇ ਨੂੰ ਛੱਡੋ ਸਪੋਰਟ ਕਰਨਾ। ਤੁਹਾਡਾ ਮੇਨ ਮਕਸਦ ਆ 3 ਕਾਨੂੰਨ, ਤੁਹਾਨੂੰ 3 ਕਾਨੂੰਨ ਜਿਹੜੇ ਆ ਉਹ ਤੁਹਾਡਾ ਮੇਨ ਮਕਸਦ ਆ, ਉਹ ਵਾਪਸ ਕਰਾਓ। ਉਸ ਤੋਂ ਇਲਾਵਾ ਸਾਡਾ ਕੋਈ ਮਕਸਦ ਨਹੀਂ। ਅਸੀਂ ਇਹ ਲੜਾਈਆਂ ਬਾਅਦ 'ਚ ਲੜ ਲਾਂਗੇ, ਜਿੱਦਣ ਅਸੀਂ ਘਰੇ ਆਵਾਂਗੇ। ਅਸੀਂ ਉੱਦਾਂ ਵੀ ਤਾਂ ਛਿੱਤਰ ਛਿੱਤਰੀ ਹੁੰਦੇ ਆ, ਠੀਕ ਨਹੀਂ? ਅਸੀਂ ਉੱਧਰ ਵੀ ਤਾਂ ਛਿੱਤਰ ਛਿੱਤਰੀ ਹੁੰਦੇ, ਅਸੀਂ ਆਪਣੀਆਂ ਵੀ ਪੰਜਾਬ 'ਚ ਕਿੰਨੀਆਂ ਪੱਗਾਂ ਲਵਾਈ ਦੀਆਂ ਤੁਹਾਨੂੰ ਪਤਾ ਹੀ ਆ। ਉਹ ਕੰਮ ਅਸੀਂ ਆ ਕੇ ਕਰ ਲਾਂਗੇ। ਫਿਲਹਾਲ ਸਾਡਾ ਮੇਨ ਟੀਚਾ ਜਿਹੜਾ ਉਹ ਕਿਸਾਨਾਂ ਦਾ ਅੰਦੋਲਨ ਆ। ਸਾਡਾ ਮੇਨ ਟੀਚਾ ਲੱਖਾ ਸਿਧਾਣਾ ਆ, ਦੀਪ ਸਿੱਧੂ ਨਹੀਂ ਆ। ਉਹ ਜੇਲ੍ਹ 'ਚ ਗਿਆ ਯਾਰ, ਕਿੰਨੇ ਬੰਦੇ, 200 ਬੰਦਾ ਜੇਲ੍ਹ 'ਚ ਬੈਠਾ ਸਾਡਾ ਵਿਚਾਰਾ, ਜਿਹੜਾ ਤੇਰੇ ਮੇਰੇ ਵਰਗਾ ਸੀਗਾ, ਜਿਹੜਾ ਲੋਕਾਂ ਦੀ ਚੱਕੀ 'ਤੇ ਜਾ ਕੇ ਛਿੱਤਰ ਖੜਵਾਉਣ ਲੱਗ ਗਏ ਅਤੇ ਮੁੜ ਕੇ ਫੜੇ ਗਏ। ਉਹਨਾਂ ਦੀ ਤਾਂ ਕੋਈ ਇੰਨੀ ਆਵਾਜ਼ ਚੱਕਣ ਨਹੀਂ ਦਿਆ ਜਿੰਨੀ ਭੈਣ 'ਚੋਂ ਤੁਸੀਂ ਦੀਪ ਸਿੱਧੂ ਅਤੇ ਲੱਖਾ ਸਿਧਾਣਾ, ਦੀਪ ਸਿੱਧੂ ਅਤੇ ਲੱਖਾ ਸਿਧਾਣਾ ਲੱਗੇ ਹੋਏ ਹੋ। ਦੀਪ ਸਿੱਧੂ ਗ੍ਰਿਫਤਾਰ ਹੋ ਗਿਆ ਤੇ ਚੱਲ ਜੀ ਚੱਕ ਦੋ ਆਵਾਜ਼ਾਂ। ਉਹ ਜਿਹੜੇ ਵਿਚਾਰੇ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਇੰਨਾ ਛਿੱਤਰ ਫੇਰਿਆ, ਉਹ ਮੁੰਡੇ ਨੂੰ ਵੇਖੋ ਵਿਚਾਰਾ, ਉਹ ਜਿਹੜਾ ਮੁੰਡਾ ਸੀ ਪੰਜਾਬ ਦਾ, ਮੈਂ ਨਾਂ ਭੁੱਲ ਗਿਆ, ਮੋਨਾ ਸੀ ਮੇਰੇ ਵਰਗਾ, ਉਹਨੂੰ ਵਿਚਾਰੇ ਨੂੰ ਛਿੱਤਰ ਉਹਨਾਂ ਨੇ ਇੰਨਾ ਫੇਰਿਆ, ਨਾ ਉਹਦੇ ਵਿਚਾਰੇ ਕੋਲ ਜ਼ਮੀਨ ਵੀ ਨਹੀਂ, 2 ਵੀਘੇ ਜ਼ਮੀਨ ਸੀ ਉਹਦੇ ਕੋਲ, ਉਹਨੂੰ ਛਿੱਤਰ ਫਿਰਿਆ। ਸਿਰਫ 1-2 ਵੀਡੀਓ ਚੱਲੀਆਂ ਹੋਣੀਆਂ, 5-7 ਚੱਲ ਗਈਆਂ ਹੋਣਗੀਆਂ ਜ਼ਿਆਦਾ ਜ਼ਿਆਦਾ। ਤੁਹਾਡੇ ਵਰਗਿਆਂ ਨੇ ਸਪੋਰਟ ਤਾਂ ਕੋਈ ਕੀਤੀ ਨਹੀਂ। ਉਹ ਦੀਪ ਸਿੱਧੂ ਆਪਣੇ ਆਪ 'ਚ ਬੜਾ ਤਗੜਾ ਬੰਦਾ, ਉਹ ਆਪਣੇ ਆਪ ਨੂੰ ਸਪੋਰਟ ਕਰ ਲੂਗਾ, ਤੁਹਾਡੀ ਸਪੋਰਟ ਦੀ ਉਹਨੂੰ ਲੋੜ ਨਹੀਂ, ਠੀਕ ਆ? ਜੇ ਉਹ ਚੰਗਾ ਹੋਊਗਾ ਤਾਂ ਬਚ ਆਊਗਾ। ਜੇ ਕੱਲ੍ਹ ਨੂੰ ਮੰਨ ਲਓ, ਮੈਨੂੰ ਛੱਡੋ, ਮੇਰੀ ਗੱਲ ਨਾ ਮੰਨਿਓ, ਜੇ ਕੱਲ੍ਹ ਨੂੰ ਦੀਪ ਸਿੱਧੂ ਤੁਹਾਡੇ ਸਾਹਮਣੇ ਨੰਗਾ ਚਿੱਟਾ ਚੜ੍ਹ ਕੇ ਆ ਗਿਆ, ਪਤਾ ਲੱਗ ਗਿਆ ਕਿ ਇਹ ਬੀਜੇਪੀ ਦਾ ਟਾਊਟ ਅੱਜ ਤੋਂ ਸਾਲ 2 ਮਗਰੋਂ, ਅਤੇ ਫਿਰ ਉਦੋਂ ਕੀ ਕਰੋਗੇ? ਉਦੋਂ ਤੁਸੀਂ ਆਪਣੇ ਮੂੰਹ 'ਤੇ ਚਪੇੜਾ ਮਾਰ ਲਓਗੇ ਜਿਹੜੇ ਉਹਨੂੰ ਸਪੋਰਟ ਕਰਨੇ ਆ। ਉਦੋਂ ਤੁਸੀਂ ਫਿਰ ਉਧਰ ਨੂੰ ਗਾਲਾਂ ਕੱਢਣ ਚੱਲ ਜਾਓਗੇ। ਇੱਦਾਂ ਹੀ ਤੁਸੀਂ ਸਨੀ ਦਿਓਲ ਨੂੰ ਸਪੋਰਟ ਕਰਦੇ ਸੀ, ਇੱਦਾਂ ਹੀ ਤੁਸੀਂ ਧਰਮਿੰਦਰ ਨੂੰ ਸਪੋਰਟ ਕਰਦੇ ਸੀ, ਅਤੇ ਇੱਦਾਂ ਹੀ ਤੁਸੀਂ ਲੱਖੇ ਸਿਧਾਣੇ ਨੂੰ, ਦੀਪ ਸਿੱਧੂ ਨੂੰ ਸਪੋਰਟ ਕਰਨ ਲੱਗ ਗਏ। ਥੋੜ੍ਹਾ ਜਿਹਾ ਆਪਣਾ ਦਿਮਾਗ ਵਰਤੋ ਯਾਰ। ਅਸੀਂ ਸਾਡੇ ਕੋਲ ਜੋਸ਼ ਹੀ ਜੋਸ਼ ਆ, ਹੋਸ਼ 'ਚ ਅਸੀਂ ਪਾਗਲ ਨਹੀਂ ਆ, ਸਾਡੇ ਕੋਲ ਹੋਸ਼ ਹੈ ਹੀ ਨਹੀਂ। ਤੁਸੀਂ ਕਿਰਪਾਨਾਂ ਮਾਰ ਕੇ ਜਿੱਤ ਲਓਗੇ, ਤੁਸੀਂ ਜਾ ਕੇ ਉੱਥੇ ਨਿਸ਼ਾਨ ਸਾਹਿਬ ਚੜ੍ਹਾ ਕੇ ਕੀ ਤੁਸੀਂ ਦਿੱਲੀ ਜਿੱਤ ਲਈ? ਮੁਗਲਾਂ ਦਾ ਮੁਸਲਮਾਨਾਂ ਦਾ ਬਣਾਇਆ ਲਾਲ ਕਿਲ੍ਹਾ, ਉਹਦੇ 'ਤੇ ਜਾ ਕੇ ਤੁਸੀਂ ਆਪਣਾ ਨਿਸ਼ਾਨ ਸਾਹਿਬ ਚੜ੍ਹਾਈ ਜਾਣਾ। ਨਿਸ਼ਾਨ ਸਾਹਿਬ ਐਡਾ ਸਸਤਾ ਕੀ ਤੁਹਾਡੇ ਚੜ੍ਹਾਉਣ ਨਾਲ ਤੁਸੀਂ ਜਿੱਤ ਗਏ? ਤੁਹਾਡੇ ਬਿੱਲ ਵਾਪਸ ਹੋ ਗਏ? ਕਰਨ ਤੁਸੀਂ ਕੀ ਆਏ ਸੀ ਅਤੇ ਕਰਕੇ ਤੁਸੀਂ ਕੀ ਚਲੇ ਗਏ? ਅਤੇ ਮੁੜ ਕੇ ਤੁਸੀਂ ਆਪਣੇ ਆਪ ਨੂੰ ਜਸਟੀਫਾਈ ਕਰਦੇ ਹੋ, ਜੇ ਨਿਸ਼ਾਨ ਸਾਹਿਬ ਚੜ੍ਹਾ ਵੀ ਦਿੱਤਾ ਤਾਂ ਗਲਤ ਕੀ ਕਰ ਦਿੱਤਾ? ਉਹ ਬੇਵਕੂਫ, ਉਹ ਪਾਗਲ ਬੰਦਾ ਉਹ ਹੁੰਦਾ, ਪਤਾ ਕਿਹੜਾ? ਜਿਹੜਾ ਗਲਤੀ ਕਰਕੇ ਵੀ ਗਲਤੀ ਨਾ ਮੰਨੇ। ਅਸੀਂ ਗਲਤੀ ਕੀਤੀ, ਸਾਨੂੰ ਹਿੱਕ ਠੋਕ ਕੇ ਕਹਿਣਾ ਚਾਹੀਦਾ ਅਸੀਂ ਗਲਤੀ ਕੀਤੀ, ਪਰ ਅਸੀਂ ਦੂਜਾ ਸਪੋਰਟ ਕਿਉਂ ਲੱਭਣੇ ਆ ਕਿ ਨਹੀਂ ਜੀ ਅਸੀਂ ਮਤਲਬ ਨਿਸ਼ਾਨ ਸਾਹਿਬ ਜੇ ਚੜ੍ਹਾ ਵੀ ਦਿੱਤਾ ਤਾਂ ਕੀ ਗਲਤੀ ਕਰ ਦਿੱਤੀ? ਤੁਸੀਂ ਮੈਨੂੰ ਪਹਿਲਾਂ ਇੱਕ ਗੱਲ ਦੱਸੋ, ਨਿਸ਼ਾਨ ਸਾਹਿਬ ਚੜ੍ਹਾਉਣਾ ਕੋਈ ਹਿੰਦੂ ਚਾਹੁੰਦਾ ਸੀ ਉੱਥੇ ਨਿਸ਼ਾਨ ਸਾਹਿਬ ਚੜ੍ਹਾਉਣਾ? ਮੁਸਲਮਾਨ ਚਾਹੁੰਦਾ ਸੀ ਉੱਥੇ ਨਿਸ਼ਾਨ ਸਾਹਿਬ ਚੜ੍ਹਾਉਣਾ? ਤੁਸੀਂ ਸਿੱਖ ਇਕੱਲੇ ਜਾ ਕੇ ਕਿਉਂ ਨਿਸ਼ਾਨ ਸਾਹਿਬ ਚੜ੍ਹਾ ਕੇ ਆ ਗਏ? ਜਦੋਂ ਤੁਹਾਡਾ ਅੰਦੋਲਨ ਇਕੱਲਿਆਂ ਦਾ ਨਹੀਂ ਰਹਿ ਗਿਆ, ਹੁਣ ਤੁਸੀਂ ਸ਼ੁਰੂ ਵਾਕਿਆ ਇਕੱਲਿਆਂ ਨੇ ਕੀਤਾ ਸੀ, ਜਦੋਂ ਹੁਣ ਤੁਹਾਡਾ ਰਹਿ ਇਕੱਲਿਆਂ ਦਾ ਨਹੀਂ ਗਿਆ ਤਾਂ ਤੁਸੀਂ ਕਿੱਦਾਂ ਜਾ ਕੇ ਆਪਣੇ ਇਕੱਲੇ ਨੂੰ ਧਰਮ ਨੂੰ ਉੱਥੇ ਵਿਖਾਉਂਦੇ ਹੋ ਬਈ? ਅਤੇ ਨਾਲੇ ਸਾਡਾ ਨਿਸ਼ਾਨ ਸਾਹਿਬ ਜਿਹੜਾ ਨਾ ਉਹ ਸਾਡੇ ਧਰਮ ਵਾਸਤੇ ਆ, ਸਾਡਾ ਧਰਮ ਜਿਹੜਾ ਨਾ ਉਹ ਸਾਡੇ ਅੰਦਰ ਵਾਸਤੇ ਆ, ਨਾ ਕਿ ਸਾਡਾ ਧਰਮ ਅਸੀਂ ਜਾ ਕੇ ਲੋਕਾਂ ਨੂੰ ਵਿਖਾਈਏ। ਟਰੈਕਟਰਾਂ ਦੇ ਖੰਡੇ ਲਵਾ ਲਈਦੇ ਆ, ਟਰੈਕਟਰਾਂ ਦੇ ਉੱਤੇ ਨਿਸ਼ਾਨ ਸਾਹਿਬ ਲਾ ਲਈਦੇ ਆ, ਅਤੇ ਵਿਆਹ ਵਾਲੇ ਕਾਰਡਾਂ 'ਤੇ ਕਹੀਦਾ ਨਹੀਂ ਯਾਰ ਇੱਕ ਓਂਕਾਰ ਨਹੀਂ ਛਪਾਉਣਾ, ਬੇਦਬੀ ਹੋਊਗੀ। ਅਤੇ ਟਰੈਕਟਰਾਂ ਦੇ ਉੱਤੇ ਬੇਦਬੀ ਨਹੀਂ ਹੁੰਦੀ। ਕੋਈ ਝੰਡੇ ਵਿਖਾ ਕੇ, ਕੋਈ ਸਟੀਕਰ ਲਵਾ ਕੇ ਕਿ ਅਸੀਂ ਆਪਣੇ ਆਪ ਨੂੰ ਸਿੱਖ ਬੜਾ ਤਗੜੇ ਵਿਖਾ ਲੈਂਦੇ ਹਾਂ ਕਿ ਅਸੀਂ ਉੱਦਾਂ ਹੀ ਸਿੱਖ ਹਾਂ? ਭਰਾ, ਜਿਹੜਾ ਸਿੱਖ ਹੁੰਦਾ ਉਹਨੂੰ ਵਿਖਾਉਣ ਦੀ ਲੋੜ ਕੋਈ ਨਹੀਂ। ਜਿਹੜਾ ਅਸਲੀ ਗੁਰੂ ਦਾ ਸਿੱਖ ਆ ਉਹਨੂੰ ਵਿਖਾਉਣ ਦੀ ਲੋੜ ਨਹੀਂ ਵੀ ਮੈਂ ਸਿੱਖ ਹਾਂ। ਉਹਦੀ ਕਹਿਣੀ ਅਤੇ ਉਹਦੀ ਕਰਨੀ ਉਹ ਬੋਲਦੀ ਹੈ ਕਿ ਉਹ ਸਿੱਖ ਆ। ਪਰ ਜਿਹੜਾ ਅਸੀਂ ਲਾਲ ਕਿਲ੍ਹੇ 'ਤੇ ਜਾ ਕੇ ਕਰਕੇ ਆਏ ਹਾਂ ਉਹ ਸਾਡੀ ਸਿੱਖ ਨਹੀਂ ਵਿਖਾਉਂਦੇ। ਉਹ ਪਤਾ ਕੀ ਵਿਖਾਉਂਦੇ ਆ?
ਕਿ ਅਸੀਂ ਅਗਲੇ ਮੁਸਲਮਾਨ ਹੋਵਾਂਗੇ ਜਿਹੜੇ ਕਿ ਮਾੜੇ ਮੁਸਲਮਾਨ, ਚੰਗੇ ਨਹੀਂ, ਅਸੀਂ ਅਗਲੇ ਟੈਰਰਿਸਟ ਹੋਵਾਂਗੇ ਜਿਹੜੇ ਕਿ ਹੁਣ ਤੇ ਵਿਚਾਰੇ ਮੁਸਲਮਾਨਾਂ ਨੂੰ ਪੀਂਦੇ ਪਏ ਆ ਨਾ, ਫਿਰ ਅੱਗੇ ਜਾ ਕੇ ਸਿੱਖਾਂ ਨੂੰ ਪੀਣਗੇ। ਅਤੇ ਇੰਡੀਆ ਨੇ ਉਹ ਕੰਮ ਸ਼ੁਰੂ ਕਰ ਦਿੱਤਾ ਖਾਲਿਸਤਾਨੀ ਖਾਲਿਸਤਾਨੀ ਕਹਿ ਕੇ। ਅਤੇ ਤੁਹਾਨੂੰ ਇੱਕ ਗੱਲ ਹੋਰ ਦੱਸ ਦਿੰਦਾ, ਜਿਹੜਾ ਜ਼ੋਰ ਜ਼ਬਰਦਸਤੀ ਦੇ ਨਾਲ ਅੰਦੋਲਨ ਚਲਾਉਂਦਾ ਉਹਦਾ ਨਾ ਦੁਨੀਆ ਸਾਥ ਦਿੰਦੀ। ਇੰਡੀਆ ਨੇ ਤਾਂ ਚੱਲ ਕੀ ਦੇਣਾ, ਇਹਨੇ ਬੀਜੇਪੀ ਨੇ ਸੌਰੀ ਕੀ ਸਾਥ ਦੇਣਾ, ਦੁਨੀਆ ਵੀ ਸਾਥ ਨਹੀਂ ਦਿੰਦੀ ਉਹਦਾ। ਠੀਕ ਨਹੀਂ, ਸਾਡਾ ਮੈਂ ਕੋਈ ਖਾਲਿਸਤਾਨ ਦੇ ਹੱਕ ਵਿੱਚ ਨਹੀਂ ਹੈਗਾ, ਕਿਉਂਕਿ ਮੈਨੂੰ ਪਤਾ ਖਾਲਿਸਤਾਨ ਵੀ ਤਾਂ ਇਹੀ ਚਲਾਉਣਾ। ਖਾਲਿਸਤਾਨ ਦੇ ਵਿੱਚ ਵੀ ਤਾਂ ਬਾਦਲ ਵਰਗਿਆਂ ਨੇ ਤੇ ਅਮਰਿੰਦਰ ਸਿੰਘ ਵਰਗਿਆਂ ਨੇ ਮੰਤਰੀ ਬਣਨਾ। ਉਦੋਂ ਤੁਹਾਡੇ ਸਿਰ 'ਚ ਬੜੇ ਉੱਥੇ ਪੈ ਜੂਗੀ, ਤੁਸੀਂ ਲੜ ਕੇ ਖਾਲਿਸਤਾਨ ਵੀ ਇੰਡੀਆ ਤੋਂ ਅਲੱਗਾ ਕਰਾ ਲਓਗੇ, ਕੀ ਮਿਲੂਗਾ ਤੁਹਾਨੂੰ? ਪਹਿਲਾਂ ਤੁਸੀਂ ਏਡਾ ਵੱਡਾ ਪੰਜਾਬ ਸੀ, ਉਹ 'ਚੋਂ ਹਰਿਆਣਾ ਕਢਾਇਆ, ਹਿਮਾਚਲ ਕਢਾਇਆ, ਕੁਛ ਪਿੰਡ ਰਾਜਸਥਾਨ ਨੂੰ ਦੇਤੇ, ਕੀ ਤੁਹਾਡੇ ਕੋਲ ਬਚਿਆ ਸੂਬੀ? ਅਤੇ ਹੁਣ ਤੁਸੀਂ ਕਹਿੰਦੇ ਵੀ ਨਹੀਂ ਜੀ ਅਸੀਂ ਤਾਂ ਉੱਥੋਂ ਤੱਕ ਲੈ ਲਾਂਗੇ, ਰਾਜਸਥਾਨ ਤੋਂ ਅੱਗੇ ਅਸੀਂ ਪੂਨੇ ਤੱਕ ਲੈ ਲਾਂਗੇ, ਉਹ ਪੂਨਾ ਕਿੰਨਾ ਸਮੁੰਦਰ ਤੱਕ ਲੈ ਲਾਂਗੇ। ਤੁਹਾਨੂੰ ਕਿੱਥੋਂ ਸਮੁੰਦਰ ਤੱਕ ਦੇ ਦੇਣਗੇ? ਦਿੰਦੇ ਤੁਹਾਨੂੰ ਸ਼ਿਕੂ ਸਮੁੰਦਰ ਤੱਕ, ਤੁਹਾਡੀ 2.2% ਤੁਹਾਡੀ ਆਬਾਦੀ ਨਹੀਂ, ਤੇ ਤੁਹਾਨੂੰ ਸਮੁੰਦਰ ਤੱਕ ਕਿੱਥੋਂ ਦੇ ਦੇਣਗੇ? ਜਿੱਥੋਂ ਤੱਕ ਸਿੱਖ ਰਾਜ ਹੀ ਨਹੀਂ ਰਿਹਾ ਉੱਥੋਂ ਤੱਕ ਤੁਹਾਨੂੰ ਕਿੱਥੋਂ ਦੇ ਦੇਣਗੇ? ਸਿੱਖ ਰਾਜ ਤਾਂ ਦਿੱਲੀ ਦੀਆਂ ਹੱਦਾਂ ਤੱਕ ਰਿਹਾ, ਪਾਕਿਸਤਾਨ ਵਾਲੇ ਦਿੰਦੇ ਤੁਹਾਨੂੰ ਪੰਜਾਬ ਲੈ ਕੇ। ਭਰਾ ਲੋਕਾਂ ਦੇ ਚੜ੍ਹਿਆਂ 'ਤੇ ਨਾ ਮਰੋ। ਜਿਹੜੀ ਦੁਨੀਆ ਦੇ ਵਿੱਚ ਕੰਟਰੀ ਧਰਮ ਦੇ ਨਾਂ 'ਤੇ ਬਣੀ ਉਹ ਖੱਜਲ ਹੋਈ ਆ। ਧਰਮ ਬੰਦੇ ਦੇ ਅੰਦਰ ਦੀ ਗੱਲ ਹੁੰਦੀ, ਨਾ ਕਿ ਧਰਮ ਬੰਦੇ ਦੇ ਬਾਹਰ ਦੀ ਗੱਲ ਹੁੰਦੀ। ਮੈਂ ਕੋਈ ਖਾਲਿਸਤਾਨ ਦਾ ਹੱਕੂ ਨਹੀਂ ਹੈਗਾ, ਨਾ ਮੈਨੂੰ ਖਾਲਿਸਤਾਨ ਚਾਹੀਦਾ, ਕਿਉਂਕਿ ਮੈਨੂੰ ਪਤਾ ਸਾਡਾ ਇੰਡੀਆ 'ਚ ਜੂਤ ਖੜਕਣ ਦਿਆ ਇੰਨਾ ਆਪਸ 'ਚ ਵੀ, ਅਤੇ ਸਾਡਾ ਇੰਡੀਆ ਦੇ ਵਿੱਚ ਹਿੰਦੂਆਂ ਭਰਾਵਾਂ ਦਾ ਵੀ ਵਿਚਾਰਿਆਂ ਦਾ ਕੀ ਬਣਨ ਦਿਆ, ਕੁਛ ਵੀ ਨਹੀਂ। ਜਦੋਂ ਅਸੀਂ ਇੰਡੀਆ 'ਚ ਸਾਰੇ ਮਿਲ ਕੇ ਨਹੀਂ ਭੈਣ 'ਚੋਂ ਕਾਮਯਾਬ ਹੋ ਸਕੇ, ਤਾਂ ਅਸੀਂ ਇਕੱਲਾ ਪੰਜਾਬ ਦੇ ਵਿੱਚ ਖਾਲਿਸਤਾਨ ਬਣਾ ਕੇ ਕਾਮਯਾਬ ਹੋ ਜਾਵਾਂਗੇ? ਕਿਉਂਕਿ ਸਾਡੇ ਵਿੱਚ ਲੋਕ ਕਰਪਟ ਆ ਵੀਰੇ। ਸਾਡੇ 'ਚ ਲੋਕ ਜਦੋਂ ਮੰਤਰੀ ਬਣ ਜਾਂਦੇ ਆ ਉਹ ਲੋਕਾਂ ਦੀ ਨਹੀਂ ਸੋਚਦੇ, ਉਹ ਆਪਣੀ ਸੋਚਦੇ ਆ। ਉਥੋਂ ਧਰਮ ਨੂੰ ਜਿਹੜਾ ਗਾਤਰਾ ਹੁੰਦਾ ਨਾ, ਉਹਨੂੰ ਲਾ ਕੇ ਕਿੱਲੀ 'ਤੇ ਸ਼ਰਾਬ ਪੀਂਦੇ ਆ, ਮੀਟ ਖਾਂਦੇ ਆ। ਠੀਕ ਹੈ ਨਾ, ਬਣਦੇ ਕੌਮ ਦੇ ਜਥੇਦਾਰ ਆ ਵੱਡੇ ਵੱਡੇ, ਪਰ ਕੰਮ ਜਿਹੜੇ ਆ ਉਹ ਟੁੱਚਿਆਂ ਤੋਂ ਵੀ ਭੈੜੇ ਕਰਦੇ ਆ। ਸਾਨੂੰ ਖਾਲਿਸਤਾਨ ਕੋਈ ਨਹੀਂ ਚਾਹੀਦਾ। ਸਾਨੂੰ ਚਾਹੀਦਾ ਮੇਨ ਅੱਜ ਦੀ ਡੇਟ ਵਿੱਚ ਸਾਨੂੰ ਚਾਹੀਦਾ ਕਿ ਅਸੀਂ ਕਿਸਾਨੀ ਅੰਦੋਲਨ ਜਿੱਤਣਾ, ਸਾਡੀ ਹੋਂਦ ਦੀ ਲੜਾਈ ਆ। ਅਤੇ ਜੇ ਅਸੀਂ ਮਿਲ ਕੇ ਰਵਾਂਗੇ ਤਾਂ ਅਸੀਂ ਜਿੱਤਾਂਗੇ, ਜੇ ਅਸੀਂ ਮਿਲ ਕੇ ਨਹੀਂ ਰਵਾਂਗੇ ਤਾਂ ਅਸੀਂ ਹਾਰਾਂਗੇ। ਅਤੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਮੇਰੀਆਂ ਨੂੰ, ਜੇ ਤੁਸੀਂ ਇੱਕ ਬੰਦਾ ਵੀ ਸੋਚ ਲੈਂਦਾ ਨਾ ਕਿ ਮੈਂ ਕੀ ਕਹਿੰਦਾ, ਇੱਕ ਵਾਰੀ ਅੰਦਰ ਵੜ ਕੇ ਸੋਚ ਲਓ, ਇੱਕ ਬੰਦਾ ਵੀ ਅੰਦਰ ਵੜ ਕੇ ਸੋਚ ਲਓ। ਅਗਲਾ ਕੰਮ ਪਤਾ ਕੀ ਹੈ ਬੀਜੇਪੀ ਦਾ? ਕਿ ਕੁਛ ਸਰਦਾਰ ਦੀਪ ਸਿੱਧੂ ਦੇ ਪਿੱਛੇ ਖੜੇ ਕਰਨੇ, ਕੁਛ ਸਰਦਾਰ ਕਿਸਾਨਾਂ ਦੇ ਪਿੱਛੇ ਖੜੇ ਕਰਨੇ ਜਿਹੜੇ ਸੰਘਰਸ਼ ਵਾਲੇ ਆ, ਅਤੇ ਪਿੱਛੇ ਲੜਾ ਦੇਣੇ। ਉਹ ਤੁਹਾਡਾ ਜਲੂਸ ਵੇਖਣਗੇ, ਮੀਡੀਆ ਉਹ ਤੁਹਾਨੂੰ ਕਵਰ ਨਹੀਂ ਕਰਦਾ, ਉਦੋਂ ਤੁਹਾਨੂੰ ਕਵਰ ਕਰੂਗਾ। ਜਿਵੇਂ ਤੇ ਇਹਨਾਂ ਨੂੰ ਕਵਰ ਕੀਤਾ ਸੀ ਨਾ ਕਿ ਦਰਬਾਰ ਸਾਹਿਬ 'ਚ ਤਲਵਾਰਾਂ ਖੜਕਾਈਆਂ ਸੀਗੀਆਂ, ਜਦੋਂ ਦੋ ਆਪਸ 'ਚ ਲੜਕੇ ਸੀ, ਮਾਨ ਗਰੁੱਪ ਅਤੇ ਅਕਾਲ ਤਖਤ ਦੇ ਜਥੇਦਾਰ ਵਾਲੇ ਬੰਦੇ, ਉਹ ਛਿੱਤਰ ਵਿਖਾਉਣਗੇ ਤੁਹਾਡਾ, ਤਾਂ ਤੁਹਾਡੇ 'ਤੇ ਦੁਨੀਆ ਹੱਸੂਗੀ, ਤੁਸੀਂ ਹੱਸਣ ਦਾ ਪਾਤਰ ਬਣ ਜਾਓਗੇ ਹੁਣ। ਅਤੇ ਇਸ ਕਰਕੇ ਰੱਬ ਦਾ ਵਾਸਤਾ, ਜੇ ਦੀਪ ਸਿੱਧੂ ਆਪਣੇ ਆਪ ਨੂੰ ਆਪਣੇ ਆਪ ਛਡਾ ਲੂਗਾ, ਉਹ ਆਪਣੇ ਆਪ ਨੂੰ ਆਪਣੇ ਆਪ ਵੇਖ ਲੂਗਾ, ਕਿਉਂਕਿ ਉਹਦੇ ਕੋਲ ਬੜਾ ਪੈਸਾ, ਉਹ ਬੀਜੇਪੀ ਦਾ ਟਾਊਟ ਆ, ਉਹਨੂੰ ਮਰਨ ਨਹੀਂ ਦਿੰਦੇ ਉਹ। ਜੇ ਉਹ ਬੰਦਾ ਚੰਗਾ ਸੀ ਨਾ ਤਾਂ ਸਾਲੇ ਵੇਖਿਆ ਨਹੀਂ ਭੱਜਿਆ ਕਿੱਦਾਂ ਸੀ। ਜੇ ਉਹ ਬੰਦਾ ਵਾਕਿਆ ਚੰਗਾ ਹੁੰਦਾ ਨਾ, ਉੱਥੇ ਖਲੋ ਜਾਂਦਾ, ਕਹਿੰਦਾ ਲੈ ਗੋਲੀ ਮਾਰ ਦਿਓ ਮੈਨੂੰ, ਮੈਂ ਕੀਤਾ ਕੰਮ, ਮੇਰੇ ਕੋਲ ਗਲਤੀ ਹੋ ਗਈ ਹੈ, ਜੇ ਤੁਹਾਨੂੰ ਲੱਗਦਾ ਮੇਰੇ ਕੋਲ ਗਲਤੀ ਹੋਈ ਤਾਂ ਮੈਨੂੰ ਮਾਰ ਦਿਓ। ਭੱਜਦਾ ਨਹੀਂ, ਜੇ ਸ਼ੇਰ ਦਾ ਪੁੱਤ ਹੁੰਦਾ ਭੱਜਦਾ ਨਹੀਂ, ਜਿਹੜਾ ਆਪਣੇ ਆਪ ਨੂੰ ਆਉਂਦਾ ਨਾ ਝੂਲ ਦੇ ਨਿਸ਼ਾਨ ਰਹਿਣ, ਕੌਮ ਮਹਾਰਾਜ ਦੇ ਕੀ ਬੋਲਦਾ ਹੁੰਦਾ, ਮੇਰੇ ਤੋਂ ਵੀ ਮੈਨੂੰ ਬੰਦੇ 'ਤੇ ਗੁੱਸਾ ਚੜ੍ਹਦਾ ਉਹਦੇ 'ਤੇ। ਵੀਰ ਉਹ ਤੁਹਾਡੇ ਕੋਲੋਂ ਸਸਤੀ ਜਿਹੜੀ ਵਾਹਵਾਹੀ ਲੈਣ ਆਇਆ, ਤਾਂ ਤੁਸੀਂ ਉਹਨੂੰ ਸਸਤੀ ਵਾਹਵਾਹੀ ਦੇਣੇ ਆ। ਠੀਕ ਨਹੀਂ, ਉਹ ਪਤਾ ਕੀ ਕਰਦਾ ਪਿਆ? ਚੀਚੀ ਨੂੰ ਟੱਕ ਲਾ ਕੇ ਸ਼ਹੀਦ ਹੋਣ ਦੀ ਕੋਸ਼ਿਸ਼ ਕਰਨ ਦਿਆ। ਅਤੇ ਤੁਹਾਨੂੰ ਇਸ ਗੱਲ ਤੋਂ ਜਾਣੂ ਹੋਣਾ ਚਾਹੀਦਾ ਕਿ ਜਿਹੜੇ ਲੋਕ ਚੀਚੀ ਨੂੰ ਟੱਕ ਲਾ ਕੇ ਸ਼ਹੀਦ ਬਣਨ ਦੀ ਕੋਸ਼ਿਸ਼ ਕਰਨ ਦੇ, ਉਹ ਅੱਜ ਕੱਲ੍ਹ ਸਾਡੇ ਕਿਸਾਨ ਅੰਦੋਲਨ 'ਚ ਵੜ ਚੁੱਕੇ ਆ। ਉਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਜਿਹੜੇ ਸਰਕਾਰ ਦੇ ਟਾਊਟ ਆ, ਉਹਨਾਂ ਕੋਲੋਂ ਬਚਣਾ ਚਾਹੀਦਾ। ਠੀਕ ਆ? ਕੀ ਕਰੋਗੇ ਕੱਲ੍ਹ ਨੂੰ ਜੇ ਬੰਦਾ ਬੀਜੇਪੀ 'ਚ ਜਾ ਕੇ ਖਲੋ ਗਿਆ, ਜਾਂ ਇਹਨੇ ਬੀਜੇਪੀ ਦੀ ਪਾਰਟੀ ਨੂੰ ਸਪੋਰਟ ਕਰਤੀ, ਕੀ ਕਰੋਗੇ? ਤੁਹਾਨੂੰ ਪਤਾ ਉਹ ਬੰਦਾ ਕਰਨਾ ਕੀ ਚਾਹੁੰਦਾ? ਉਹ ਬੰਦਾ ਫਿਲਮਾਂ 'ਚ ਫੇਲ ਹੋ ਚੁੱਕਿਆ, ਉਹ ਅੰਦੋਲਨ ਜਾ ਕੇ ਆਪਣਾ ਫੇਮ ਪਾਉਣਾ ਚਾਹੁੰਦਾ, ਅਤੇ ਤੁਸੀਂ ਉਹਨੂੰ ਫੇਮ ਦੇਣੇ ਹੋ। ਥੋੜ੍ਹੀ ਜਿਹੀ ਮੇਰੀ ਗੱਲ ਨੂੰ ਸੋਚੋ ਮੇਰਾ ਵੀਰ। ਜੇ ਮੈਂ ਕਿਸੇ ਨੂੰ ਗਾਲ ਕੱਢੀ ਹੋਵੇ, ਜਾਂ ਜੇ ਮੇਰੇ ਕੋਲ ਗਾਲ ਨਿਕਲ ਗਈ ਹੋਵੇ, ਮੇਰੇ ਕੋਲ ਗਾਲਾਂ ਨਿਕਲੀਆਂ, ਕਿਉਂਕਿ ਪੰਜਾਬੀਆਂ ਦਾ ਬੋਲ ਹੀ ਇੱਦਾਂ ਦਾ ਹੈਗਾ, ਕੀ ਕਰੀਏ। ਜੇ ਮੇਰੇ ਕੋਲ ਗਾਲਾਂ ਨਿਕਲ ਗਈਆਂ ਨੇ, ਅਤੇ ਉਹਨਾਂ ਨੂੰ ਆਪਣੇ ਦਿਲ ਨਾਲ ਨਾ ਲਾਇਓ ਕਿ ਮੈਂ ਤੁਹਾਨੂੰ ਗਾਲਾਂ ਕੱਢੀਆਂ, ਮੈਂ ਤੁਹਾਨੂੰ ਸਾਲਾ ਕਹਿਤਾ, ਫਲਾਣਾ ਕਹਿਤਾ। ਮੈਂ ਆਪਣੇ ਦਿਲੋਂ ਕਿਹਾ, ਕਿਉਂਕਿ ਤੁਸੀਂ ਮੇਰੇ ਭਰਾ ਹੋ। ਭਾਵੇਂ ਤੁਹਾਡੀਆਂ ਜਾਤਾਂ ਪਾਤਾਂ ਤੁਸੀਂ ਜੋ ਵੀ ਮੰਨਦੇ ਹੋ, ਜੱਟ ਕਮੋ ਸਿੱਖ ਜੋ ਵੀ, ਭਾਵੇਂ ਉਹ ਲਹਿਦਾ ਨੇ, ਭਾਵੇਂ ਭਾਪੇ, ਭਾਵੇਂ ਜੋ, ਅਸੀਂ ਐਜ਼ ਅ ਸਿੱਖ, ਬਾਅਦ ਵਿੱਚ ਪਹਿਲਾਂ ਐਜ਼ ਅ ਹਿਊਮਨ ਬੀਇੰਗ, ਸਾਡੇ ਗੁਰੂ ਨੇ ਵੀ ਆਖਿਆ ਕਿ ਮਾਨਸ ਕੀ ਜਾਤ ਇੱਕ ਪਹਿਚਾਣ ਬੋ। ਨੇ ਆ ਨਹੀਂ ਕਿਹਾ ਕਿ ਸਿੱਖਾਂ ਦੀ ਜਾਤ ਇੱਕ ਤੇ ਪਹਿਚਾਣ ਬੋ। ਅਸੀਂ ਸਭ ਤੋਂ ਪਹਿਲਾਂ ਹਿਊਮਨ ਆ। ਸਾਡੀ ਜਾਤ, ਸਾਡੀ ਪਾਤ ਜਿੰਨੀ ਹਿੰਦੂ ਨਾਲ ਮਿਲਦੀ ਆ, ਉਨੀ ਸਿੱਖ ਨਾਲ ਵੀ ਮਿਲਦੀ ਆ, ਜਿੰਨੀ ਸਿੱਖ ਨਾਲ ਮਿਲਦੀ ਆ ਉਨੀ ਮੁਸਲਮਾਨ ਨਾਲ ਵੀ ਮਿਲਦੀ ਆ। ਅਸੀਂ ਸਾਰੇ ਹੀ ਸਿੱਖ ਹਾਂ, ਅਸੀਂ ਸਾਰੇ ਸਿੱਖਣ ਆਏ ਇਸ ਦੁਨੀਆ ਦੇ ਵਿੱਚ, ਅਤੇ ਅਸੀਂ ਸਾਰੇ ਆਪਸ 'ਚ ਮਿਲ ਕੇ ਰਹੀਏ। ਭਾਵੇਂ ਹਿੰਦੂ ਆ, ਭਾਵੇਂ ਸਿੱਖ ਆ ਆਪਸ ਦੇ ਵਿੱਚ, ਅਤੇ ਭਾਵੇਂ ਮੁਸਲਮਾਨ ਆ। ਅਸੀਂ ਸਾਨੂੰ ਮਿਲ ਕੇ ਰਹਿਣ ਦੀ ਲੋੜ ਆ। ਜੇ ਮੇਰੇ ਕੋਲ ਗਲਤੀ ਨਾਲ ਤੁਹਾਨੂੰ ਕੁਛ ਮਾੜਾ ਚੰਗਾ ਬੋਲ ਗਿਆ ਹੋਵੇ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਮਾफ़ ਕਰ ਦਿਓ। ਪਰ ਜੋ ਮੈਂ ਨਾ
ਇੱਕ ਵਾਰੀ ਇਹਦੇ 'ਤੇ ਸੋਚ ਕੇ ਜ਼ਰੂਰ ਵੇਖ ਲਿਓ। ਤੇ ਮੇਰਾ ਵੀਰ, ਜੇ ਤੁਹਾਨੂੰ ਚੰਗੀ ਲੱਗੀ ਮੇਰੀ ਵੀਡੀਓ ਤੇ ਅੱਗੇ ਜ਼ਰੂਰ ਕਰ ਦਿਓ। ਮੈਂ ਪਹਿਲੀ ਵੀਡੀਓ ਬਣਾਈ ਆ, ਮੇਰਾ ਮੇਨ ਬਣਾਉਣ ਦਾ ਮਕਸਦ ਆ ਸੀ ਕਿ ਤੁਹਾਨੂੰ ਕਿਸੇ ਨੂੰ ਸਮਝ ਆ ਜਾਵੇ। ਜੇ ਤੁਹਾਨੂੰ ਸਮਝ ਆਈ ਹੋਊਗੀ ਤੇ ਰੱਬ ਰੱਖਾ।